ਫਾਸਟ ਵੇ ਨਿਊਜ਼ ਦੇਖ ਰਹੇ ਹੋ ਤੁਸੀਂ ਔਰ ਮੈਂ ਲਾਲ ਕਮਲ ਨਵਾਂਸ਼ਹਿਰ ਇਸ ਟਾਈਮ ਮੌਜੂਦ ਹਾਂ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ, ਜਿੱਥੇ ਕਿ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ, ਲੋਕ ਮੁੱਦਿਆਂ ਤੇ ਗੱਲਬਾਤ ਕਰਨ ਲਈ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਡਾਕਟਰ ਨਛੱਤਰਪਾਲ ਜੀ। ਆਪਾਂ ਜਾਣਦੇ ਹਾਂ ਕਿ ਉਹਨਾਂ ਦੇ ਦਿਲ ਦੇ ਵਿੱਚ ਸਮਾਜ ਲਈ ਕਿਹੜੀਆਂ-ਕਿਹੜੀਆਂ ਗੱਲਾਂ ਨੇ ਅਤੇ ਉਹ ਜਿੱਤ ਕੇ ਜਾਂ ਮਤਲਬ ਵੋਟਾਂ ਦੇ ਦੌਰਾਨ ਉਹ ਸਮਾਜ ਲਈ ਇਹ ਕੀ ਕਰਨਾ ਚਾਹੁੰਦੇ ਨੇ, ਜਿਹੜੀਆਂ ਵੋਟਾਂ ਜਿਹੜੀਆਂ ਉਹ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੀਆਂ ਉਹ ਲੋਕਾਂ ਦੇ ਦਰਬਾਰ 'ਤੇ ਜਿਹੜੇ ਪਹੁੰਚੇ ਆ ਔਰ ਲੋਕਾਂ ਦੇ ਬਹੂਆਂ 'ਤੇ ਜਿਹੜਾ ਉਹ ਵੋਟ ਲੈਣ ਲਈ ਜਿਹੜਾ ਜਾ ਰਹੇ ਆ ਔਰ ਉਹਦੇ ਵਿੱਚ ਮੁੱਦੇ ਕਿਹੜੇ ਰਹਿਣਗੇ। ਆਪਾਂ ਇਹਨਾਂ ਸਾਰੇ ਮੁੱਦਿਆਂ 'ਤੇ ਜਿਹੜੀ ਗੱਲਬਾਤ ਕਰਦੇ ਹਾਂ ਡਾਕਟਰ ਨਛੱਤਰਪਾਲ ਜੀ ਨਾਲ। ਡਾਕਟਰ ਸਾਹਿਬ, ਸਵਾਗਤ ਤੁਹਾਡਾ ਫਾਸਟ ਵੇ ਨਿਊਜ਼ 'ਤੇ। ਬਹੁਤ ਬਹੁਤ ਧੰਨਵਾਦ ਜੀ। ਮੈਂ ਧੰਨਵਾਦੀ ਹਾਂ ਫਾਸਟਵੇ ਨਿਊਜ਼ ਚੈਨਲ ਦੇ ਸਾਰੇ ਸਰੋਤਿਆਂ ਦਾ ਔਰ ਸਤਿਕਾਰਯੋਗ ਕਮਲ ਜੀ ਦਾ, ਜਿਹੜੇ ਅੱਜ ਵਿਧਾਨ ਸਭਾ ਨਵਾਂ ਸ਼ਹਿਰ ਦੇ ਅੰਦਰ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਅੱਜ ਕਵਰੇਜ ਕਰਨ ਲਈ ਪਹੁੰਚੇ। ਮੈਂ ਤੁਹਾਡੇ ਇੱਥੇ ਪਹੁੰਚਣ ਦੇ ਸਵਾਗਤ ਕਰਦਾ। ਡਾਕਟਰ ਸਾਹਿਬ, ਬਹੁਤ ਸਾਰੇ ਉਮੀਦਵਾਰ ਜਿਹੜੇ ਆ ਉਹ ਚੋਣ ਮੈਦਾਨ ਵਿੱਚ ਹਨ, ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਲੋਕਾਂ ਦੀ ਵੋਟ ਦਾ ਹੱਕਦਾਰ ਮੰਨਦੇ ਹੋ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦਾ ਗਠਬੰਧਨ ਪੰਜਾਬ ਦੇ ਅੰਦਰ ਹੋਇਆ, ਕਿਉਂਕਿ ਪੰਜਾਬ ਨੇ ਵੱਖ-ਵੱਖ ਸਮਿਆਂ 'ਤੇ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਦੇਖੀਆਂ, ਪਰ ਜੋ ਅੱਜ ਦਾ ਮਾਹੌਲ ਹੈ ਕਿ ਬਹੁਜਨ ਸਮਾਜ ਪਾਰਟੀ ਲੰਮੇ ਸਮੇਂ ਤੋਂ ਇਸ ਦੇਸ਼ ਦੇ ਉਹਨਾਂ ਲੋਕਾਂ ਦੀ ਲੜਾਈ ਲੜ ਰਹੀ ਜਿਨ੍ਹਾਂ ਨੂੰ ਕਿਸੇ ਨੇ ਮਾਣ ਸਤਿਕਾਰ ਨਹੀਂ ਦਿੱਤਾ, ਔਰ ਭੈਣ ਕੁਮਾਰੀ ਮਾਇਆਵਤੀ ਜੀ, ਸਾਡੇ ਰਾਸ਼ਟਰੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਬਹੁਤ ਵਧੀਆ ਲੋਕਾਂ ਦੇ ਮਨਾਂ ਦਾ ਜੋ ਫੈਸਲਾ ਸੀਗਾ, ਲੋਕ ਚਾਹੁੰਦੇ ਸੀ ਕਿ ਪੰਜਾਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣ ਵਾਲੀਆਂ ਦੋਨੇ ਪਾਰਟੀਆਂ ਇਕੱਠੀਆਂ ਹੋ ਕੇ ਭਾਈਚਾਰਕ ਸਾਂਝ ਬਣਾ ਕੇ ਪੰਜਾਬ ਔਰ ਪੰਜਾਬੀਆਂ ਦਾ ਭਲਾ ਕਰਨ। ਲੋਕ ਇਸ ਗਠਬੰਧਨ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਹਿਯੋਗ ਦੇ ਰਹੇ ਔਰ ਲਗਾਤਾਰ ਡਟ ਕੇ ਲੱਗੇ ਹੋਏ। ਡਾਕਟਰ ਸਾਹਿਬ, ਦੇਖਿਆ ਜਾਵੇ ਤਾਂ ਪਹਿਲਾਂ ਵੀ 10 ਸਾਲ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ, ਕੀ ਰਹਿ ਗਿਆ ਜਿਹੜਾ ਤੁਸੀਂ ਇਸ ਵਾਰ ਪੂਰਾ ਕਰੋਗੇ? ਕਿਉਂਕਿ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਰਹੇ, ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਜਦੋਂ ਵੀ ਉਹ ਮੁੱਖ ਮੰਤਰੀ ਰਹੇ, ਉਹਨਾਂ ਨੇ ਲੋਕ ਭਲਾਈ ਦੀਆਂ, ਲੋਕਾਂ ਦੇ ਹਿੱਤਾਂ ਦੀਆਂ, ਪੰਜਾਬ ਦੇ ਹਿੱਤਾਂ ਦੀਆਂ ਸਕੀਮਾਂ ਲੈ ਕੇ ਆਏ। ਪਿਛਲੇ 10 ਸਾਲ ਦੇ ਰਾਜ ਦੇ ਅੰਦਰ ਆਪਾਂ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਿਆਂਦੀ, ਜਿਹਦੇ ਨਾਲ ਸਾਡੇ ਲੱਖਾਂ ਵਿਦਿਆਰਥੀ ਪੜ੍ਹੇ। ਉਹਨਾਂ ਨੇ ਲੋਕਾਂ ਦੇ ਜੀਵਨ ਨੂੰ ਵਧੀਆ ਬਣਾਉਣ ਲਈ ਆਟਾ ਦਾਲ ਸਕੀਮ ਲਿਆਂਦੀ, ਔਰ ਜਿਹੜਾ 200 ਯੂਨਿਟ ਉਸ ਵੇਲੇ ਉਹਨਾਂ ਨੇ ਬਿਜਲੀ ਮਾਫੀ ਲੈ ਕੇ ਆਏ, ਔਰ ਪੰਜਾਬ ਦੇ ਅੰਦਰ ਇੱਦਾਂ ਦਾ ਇਨਫਰਾਸਟ੍ਰਕਚਰ ਬਣਾਇਆ ਕਿ ਲੋਕ ਚਾਰੇ ਪਾਸੇ 4 ਲੇਨ ਸੜਕਾਂ, ਏਅਰਪੋਰਟ, ਵੱਡੇ ਵੱਡੇ ਰੋਡ, ਫਲਾਈਓਵਰ, ਔਰ ਬਹੁਤ ਸਬਸਿਡੀਆਂ, ਲੋਨ ਮਾਫ, ਔਰ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ, ਲੋਕਾਂ ਨੂੰ ਲੋਨ ਦਿੱਤੇ ਜਿਹੜੇ ਉਹ ਰੁਜ਼ਗਾਰ ਆਪਣਾ ਇੰਡੀਪੈਂਡੈਂਟ ਹੋ ਸਕਣ। ਇਹ ਜਿਹੜੀਆਂ ਪਿਛਲੀ ਸਰਕਾਰ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਕੀਤੇ ਸੀਗੇ। ਪਰ ਹੋਇਆ ਕਿਆ ਕਿ ਆਉਣ ਵਾਲੇ ਸਮੇਂ ਦੇ ਅੰਦਰ 5 ਸਾਲ ਕਾਂਗਰਸ ਨੂੰ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇੰਨੇ ਕੰਮ ਕੀਤੇ ਵੀ ਸਾਡੇ ਪੈਰ ਨਹੀਂ ਲੱਗਣੇ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ, ਗੁਟਕਾ ਸਾਹਿਬ ਦੀ ਸਹੁੰ ਚੱਕੀ ਮੱਥੇ ਨੂੰ ਲਾ ਕੇ ਦਮਦਮਾ ਸਾਹਿਬ ਵੱਲ ਨੂੰ ਕਰਕੇ, ਔਰ ਲੋਕਾਂ ਨੂੰ ਇੰਨਾ ਝੂਠ ਬੋਲਿਆ, ਉਹਨਾਂ ਨੂੰ ਲੱਗਿਆ ਵੀ ਅਸੀਂ ਆਟਾ ਦਾਲ ਘੇ ਦੇ ਨਾਲ ਖੰਡ ਪੱਤੀ ਚਾਹ ਜੋ ਕੁਝ ਬੋਲ ਸਕਦੇ, ਚਾਹੇ ਸਮਾਰਟਫੋਨ ਕਹੇ, ਚਾਹੇ ਉਹਨਾਂ ਨੇ ਐਜੂਕੇਸ਼ਨ ਫ੍ਰੀ ਕਹੀ, ਚਾਹੇ ਦਵਾਈਆਂ ਫ੍ਰੀ ਕਹੀਆਂ, ਪਰ ਸਾਰੇ ਕਾਹੇ 'ਚ ਫੇਲ ਰਹੀਆਂ। ਇਸ ਕਰਕੇ ਅੱਜ ਲੋਕ ਪਿਛਲੇ 10 ਸਾਲ ਦੀ ਸਰਕਾਰ ਨੂੰ ਯਾਦ ਕਰਦੇ ਆ। ਲੋਕਾਂ ਨੇ ਪੂਰਾ ਮਨ ਬਣਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਾਡੇ ਹਿੱਕਾਂ ਦਾ ਖਿਲਵਾੜ ਕੀਤਾ, ਸਾਡੇ ਲੋਕਾਂ ਨੂੰ ਲੁੱਟਿਆ ਔਰ ਲੋਕਾਂ ਨੂੰ ਕੁੱਟਿਆ। ਇਸ ਕਰਕੇ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਗਠਬੰਧਨ ਵੱਲ ਬਹੁਤ ਵੱਡੀ ਪੱਧਰ 'ਤੇ ਲਾਮਬੰਦ ਹੋ ਰਹੇ। ਡਾਕਟਰ ਸਾਹਿਬ, ਗੱਲ ਚੱਲੀ ਕਾਂਗਰਸ ਸਰਕਾਰ ਦੀ, ਤੁਸੀਂ ਗੱਲ ਕੀਤੀ ਅਤੇ ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਕੀ ਕਹੋਗੇ ਤੁਸੀਂ? ਕਿਉਂਕਿ ਘਰ ਘਰ ਚੱਲੀ ਗੱਲ, ਚੰਨੀ ਤੋਂ ਨਹੀਂ ਹੁੰਦਾ ਕੋਈ ਮਸਲਾ ਹੱਲ, ਇਹ ਲੋਕਾਂ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਪ੍ਰਚਾਰ ਹੋ ਰਿਹਾ। ਕਿਉਂਕਿ ਮਾਨਯੋਗ ਚੰਦ ਚੰਨੀ ਜੀ ਨੂੰ ਪੰਜਾਬ ਦੇ ਅੰਦਰ ਕਾਂਗਰਸ ਨੇ ਉਸ ਸਮੇਂ ਮੁੱਖ ਮੰਤਰੀ ਬਣਾਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦਾ ਗਠਬੰਧਨ ਹੋਇਆ। ਜਿਸ ਕਾਂਗਰਸ ਨੇ ਪੰਜਾਬ ਦਾ ਦਲਿਤ 74 ਸਾਲ ਤੋਂ ਚਿਮਟੇ ਨਾਲ ਨਹੀਂ ਛੂਹਿਆ, ਉਹਨਾਂ ਨੂੰ ਦਲਿਤਾਂ ਦੀ ਯਾਦ ਆ ਗਈ ਕਿ 35% ਆਬਾਦੀ ਦਲਿਤਾਂ ਦੀ, 35% ਬੈਕਵਰਡ ਦੀ। ਇਹ ਕਿੱਦਾਂ ਦਾ ਫੱਤੂ ਦੇ ਬਟੇਰੇ ਵਾਲਾ ਆਪਾਂ ਲੈ ਕੇ ਜਾਈਏ ਔਰ ਲੋਕਾਂ ਨੂੰ ਫਸਾਈਏ। ਔਰ ਲੋਕ ਬੜੇ ਸੂਝਵਾਨ ਆ, ਕਿਉਂਕਿ ਚੰਨੀ ਨੇ ਜਿੰਨੇ ਵੀ ਇਸ਼ੂ ਉਠਾ ਲਏ, ਕਿਉਂਕਿ ਜਦੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਇਸ਼ੂ, ਸਾਡੇ ਬੱਚਿਆਂ ਨੂੰ ਜਿਹੜੀਆਂ ਡਿਗਰੀਆਂ ਨਹੀਂ ਦਿੱਤੀਆਂ, ਰੋਲ ਨੰਬਰ ਨਹੀਂ ਦਿੱਤੇ, ਯੂਨੀਵਰਸਿਟੀ ਵਾਲੇ ਬੱਚਿਆਂ ਨੂੰ ਪੇਪਰਾਂ 'ਚ ਨਹੀਂ ਸੀ ਬੈਠਣ ਦਿੰਦੇ, ਉਦੋਂ ਵੀ ਚੰਨੀ ਕੈਬਨਿਟ ਮੰਤਰੀ ਸੀਗਾ। ਜਦੋਂ ਸਾਡੀਆਂ ਧੀਆਂ ਭੈਣਾਂ ਨਾਲ ਬੇਪੱਤੀ ਹੋਈ, ਲੋਕਾਂ ਨੂੰ ਕੁੱਟਿਆ ਗਿਆ, ਐਸਸੀ ਸੋਸ਼ਲ ਬਾਈਕਾਟ ਹੋਏ, ਉਦੋਂ ਵੀ ਚੰਨੀ ਮਿਨਿਸਟਰ ਸੀਗਾ। ਇਸ ਕਰਕੇ ਜਿੰਨੇ ਵੀ ਚੰਨੀ ਨੇ ਵਾਅਦੇ ਕੀਤੇ ਵੀ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਤੇ, ਉਹ ਅੱਜ ਸਾਰੇ ਮੁਲਾਜ਼ਮ ਵਿਚਾਰੇ ਪਿੱਟ ਰਹੇ ਆ ਵੀ ਸਾਨੂੰ ਦੱਸੋ ਕਿਹੜੇ ਕਰ ਦਿੱਤੇ ਪੱਕੇ। ਔਰ ਉਹਨਾਂ ਨੂੰ ਲੱਗਿਆ ਲਾਲ ਲਕੀਰ ਵਾਲਿਆਂ ਨੂੰ ਦੇ ਦਿੱਤੇ ਮਕਾਨ, ਉਹ ਕਿਸੇ ਨੂੰ ਨਹੀਂ ਮਿਲਿਆ ਹੈਗਾ। ਔਰ ਜਿੰਨੀਆਂ ਵੀ ਗੱਲਾਂ ਚੰਨੀ ਨੇ ਕੀਤੀਆਂ, ਉਹ ਬਸ ਜਿਸ ਤਰ੍ਹਾਂ ਉਹ ਝੂਠੀ ਸਹੁੰ ਖਾ ਕੇ ਕੈਪਟਨ ਅਮਰਿੰਦਰ ਨੇ ਸਰਕਾਰ ਬਣਾਈ,
ਇਹ ਬਸ ਐਲਾਨਾਂ ਵਾਲਾ ਰਹਿ ਗਿਆ। ਇਸ ਕਰਕੇ ਲੋਕਾਂ ਨੂੰ ਹੁਣ ਹੋਇਆ ਕਿ ਅੱਜ ਦੇ ਹਾਲਾਤ ਦੇ ਅੰਦਰ ਕਾਂਗਰਸ ਦੀ ਚੰਨੀ ਨੇ ਵੀ ਪੁੱਛਗਿੱਛ ਕੀਤੀ, ਜਿੰਨੇ ਉਹਨਾਂ ਦੇ ਸਪਾਹ ਸਲਾਰ ਸੀ ਸਾਰਿਆਂ ਦੀਆਂ ਟਿਕਟਾਂ ਕੱਟ ਦਿੱਤੀਆਂ। ਔਰ ਲੋਕ ਜਿਹੜੇ ਆ, ਲੋਕਾਂ 'ਚ ਬੜੀ ਕਲੈਰਿਟੀ ਆ, ਜਿਹੜਾ ਦਲਿਤ, ਪਛੜਾ, ਬੈਕਵਰਡ, ਗਰੀਬ, ਸਾਰਿਆਂ ਨੂੰ ਕਲੈਰਿਟੀ ਆ। ਜੇ ਕੋਈ ਪੰਜਾਬ ਦਾ ਭਲਾ ਕਰ ਸਕਦਾ, ਪੰਜਾਬੀਆਂ ਦੀ ਪਾਰਟੀ, ਪੰਜਾਬ 'ਚ ਰਾਜ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਆ, ਜਿਨ੍ਹਾਂ ਨੂੰ ਦੋਨਾਂ ਨੂੰ ਪੰਜਾਬੀਆਂ ਨੇ ਬਣਾਇਆ। ਇਸ ਕਰਕੇ ਲੋਕ ਪੰਜਾਬ ਦੇ ਹਿੱਤ ਲਈ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਬੰਧਨ ਨੂੰ ਜਿਤਾਉਣ 'ਚ ਪੂਰੇ ਤਨ ਮਨ ਧਨ ਲੱਗੇ। ਸਰ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿਹੜੀ ਆ ਉਹ ਸਰਵੇਖਣਾਂ ਦੇ ਵਿੱਚ ਵੀ ਜਾਂ ਉੱਦਾਂ ਵੀ ਮਤਲਬ ਸੋਸ਼ਲ ਮੀਡੀਆ 'ਤੇ ਵੀ ਕਾਫੀ ਜਿਹੜੀ ਉਹ ਚਰਚਾ ਦੇ ਵਿੱਚ ਇਸ ਗੱਲ ਨੂੰ ਲੈ ਕੇ ਰਹਿੰਦੀ ਕਿ ਜਿਹੜੇ ਉਹ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਗੱਲ ਹੈ ਅਤੇ ਆਮ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ, ਪਰ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਹੈ ਉਹ ਕਹਿ ਰਹੇ ਆ ਕਿ ਜਿਹੜੀਆਂ ਟਿਕਟਾਂ ਵੇਚੀਆਂ ਜਾ ਰਹੀਆਂ। ਤੁਹਾਡਾ ਕੀ ਵਿਚਾਰ ਇਹਦੇ ਬਾਰੇ? ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪਿਛਲੀ ਵਾਰ ਵੀ ਇਹਨਾਂ ਨੇ ਸਰਵੇ ਕਰਾਇਆ ਸੀਗਾ ਕਿ ਪੰਜਾਬ ਦੇ ਵਿੱਚ 100 ਸੀਟਾਂ ਨਾ ਰਹੇ ਆਈਆਂ ਬਾਈ। ਅੱਜ ਹੁਣ ਵੀ ਇੱਦਾਂ ਦੇ ਝੂਠੇ ਫੇਕ ਸਰਵੇ ਕਰ ਰਹੇ ਆ। ਔਰ ਪੰਜਾਬ ਦੇ ਅੰਦਰ ਇਹਨਾਂ ਨੂੰ ਪੁੱਛਣਾ, ਲੋਕ ਇਹ ਪੁੱਛਦੇ ਆ ਜਦੋਂ ਇਹ ਜਾਂਦੇ ਆ ਕਿ ਤੁਸੀਂ ਸਿਹਤ ਸਹੂਲਤਾਂ ਦੀ ਗੱਲ ਕਰਦੇ ਆ, ਮੁਹੱਲਾ ਕਲੀਨਿਕਾਂ ਦੀ ਗੱਲ ਕਰਦੇ ਆ, ਵੀ ਤੁਹਾਡਾ ਇੱਕ ਬਹੁਤ ਹੀ ਸੀਨੀਅਰ MLA ਜਰਨੈਲ ਸਿੰਘ ਉਹ ਵੀਡੀਓ ਦੇ ਆ ਕੇ ਰੋਇਆ ਕਿ ਕੇਜਰੀਵਾਲ ਜੀ ਮੈਂ ਆਕਸੀਜਨ ਤੋਂ ਬਿਨਾਂ ਮਰ ਰਿਹਾ, ਮੇਰਾ ਇਲਾਜ ਕੋਈ ਨਹੀਂ ਹੈਗਾ। ਜਿਨ੍ਹਾਂ ਦਾ ਸੀਨੀਅਰ MLA ਇਲਾਜ ਦੁੱਖੋਂ ਚਲੇ ਗਿਆ, ਉਹ ਸਿਹਤ ਸਹੂਲਤਾਂ ਦੀਆਂ ਗੱਲਾਂ ਕਰਦੇ ਆ। ਔਰ ਜਦੋਂ ਇਹਨਾਂ ਨੇ 1-1 ਹਜ਼ਾਰ ਦਾ ਐਲਾਨ ਕੀਤਾ ਪੰਜਾਬ ਦੇ ਅੰਦਰ, ਅਸੀਂ ਹਰੇਕ ਬੀਬੀ ਨੂੰ ਦੇਵਾਂਗੇ, ਔਰ ਦਿੱਲੀ ਦੀਆਂ ਸਾਰੀਆਂ ਬੀਬੀਆਂ ਨੇ ਧਰਨਾ ਦਿੱਤਾ ਵੀ ਜਿੱਥੇ ਤੁਹਾਡੀ 10 ਸਾਲ ਸਰਕਾਰ ਆ ਵੀ ਉੱਥੇ ਤਾਂ ਤੁਸੀਂ 1 ਰੁਪਈਆ ਨਹੀਂ ਕਿਸੇ ਨੂੰ ਦਿੱਤਾ। ਇਸ ਕਰਕੇ ਲੋਕਾਂ ਜਿੱਦਾਂ ਪਿਛਲੀਆਂ ਸਰਕਾਰਾਂ ਦੇ ਔਰ ਇਹਨਾਂ ਦੇ ਝੂਠੇ ਵਾਅਦਿਆਂ ਤੋਂ ਲੋਕ ਬੜੇ ਚਿੰਤਤ ਵਾ, ਲੋਕ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰਦੇ ਆ। ਇਸ ਕਰਕੇ ਲੋਕ ਇਹਨਾਂ ਦੇ ਝਾਂਸੇ 'ਚ ਨਹੀਂ ਆਉਣਗੇ। ਆਮ ਆਦਮੀ ਕੌਣ ਆ? ਕਿਉਂਕਿ ਇਹਨਾਂ ਦੇ ਸਾਡੇ ਜ਼ਿਲ੍ਹੇ ਦੇ ਅੰਦਰ 3 ਕੈਂਡੀਡੇਟ ਆ ਜਿਹੜੇ ਉਹ ਕਾਂਗਰਸ ਔਰ ਦੂਸਰੀਆਂ ਪਾਰਟੀਆਂ ਤੋਂ ਲਿਆਂਦੇ। ਜਿਹੜੇ ਲੋਕ ਮਿਹਨਤ ਕਰਦੇ ਸੀਗੇ, ਜਿਹੜੇ ਲੋਕ ਲਗਾਤਾਰ ਵਲੰਟੀਅਰ ਸੀਗੇ, ਉਹਨਾਂ ਨੂੰ ਪੁੱਛਿਆ ਨਹੀਂ ਗਿਆ, ਉਹ ਅੱਜ ਬਗਾਵਤ ਦੀ ਰਾਹ 'ਤੇ ਆ। ਇਸ ਕਰਕੇ ਪੂਰੇ ਪੰਜਾਬ ਦੇ ਅੰਦਰ ਰੌਲਾ ਪੈ ਰਿਹਾ ਵੀ ਇਹਨਾਂ ਨੇ ਜਿਹੜੀਆਂ ਟਿਕਟਾਂ ਆ ਉਹ ਪੈਸੇ ਲੈ ਕੇ ਦਿੱਤੀਆਂ। ਇਸ ਕਰਕੇ ਆਮ ਤਾਂ ਅਸੀਂ ਆਮ ਪਰਿਵਾਰਾਂ 'ਚੋਂ ਆਏ ਹਾਂ, ਆਪਣੇ ਲੋਕਾਂ 'ਚੋਂ ਆਏ ਹਾਂ, ਆਪਣੇ ਸਮਾਜ 'ਚ ਰਹਿੰਦੇ ਹਾਂ, ਹਰੇਕ ਹਮੇਸ਼ਾ ਇੱਕ ਦੂਸਰੇ ਦੇ ਦੁੱਖ ਸੁੱਖ 'ਚ ਖੜ੍ਹਦੇ। ਇਸ ਕਰਕੇ ਲੋਕਾਂ ਨੇ ਅੱਜ ਮਨ ਬਣਾਇਆ ਵੀ ਜਿਹੜੇ ਪੰਜਾਬ ਔਰ ਪੰਜਾਬੀਆਂ ਦੇ ਜਿਹੜੇ ਨੁਮਾਇੰਦੇ ਆ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ। ਡਾਕਟਰ ਸਾਹਿਬ ਦੇਖਿਆ ਜਾਵੇ ਤਾਂ ਪਹਿਲਾਂ ਚੋਣ ਪ੍ਰਚਾਰ ਜਿਹੜਾ ਸਾਈਕਲਾਂ 'ਤੇ ਸੀ, ਅੱਜ ਉਹ ਮੋਬਾਈਲਾਂ 'ਤੇ ਆ ਗਿਆ। ਡਿਫਰੈਂਸ ਕਾਫੀ ਆ ਗਿਆ। ਲੋਕਾਂ ਨਾਲ ਜੁੜਨਾ ਔਰ ਲੋਕਾਂ ਨਾਲ ਜੁੜ ਕੇ ਚੱਲਣਾ ਥੋੜ੍ਹਾ ਔਖਾ ਜਿਹਾ ਨਹੀਂ ਲੱਗਦਾ ਅੱਜ ਦੇ ਦੌਰ ਦੇ ਵਿੱਚ, ਜਾਂ ਕਿਉਂਕਿ ਕੋਵਿਡ ਦਾ ਜਿਹੜਾ ਉਹ ਦੌਰ ਚੱਲ ਰਿਹਾ ਔਰ ਪੂਰੀ ਤਰ੍ਹਾਂ ਲੋਕਾਂ ਨਾਲ ਮਿਲਵਰਤਨ ਹੋ ਰਿਹਾ, ਜਾਂ ਮਤਲਬ ਲੋਕਾਂ ਨਾਲ ਉੱਦਾਂ ਦੀ ਗੱਲਬਾਤ ਹੋ ਰਹੀ ਜਿੱਦਾਂ ਦੀ ਪਹਿਲਾਂ ਚੋਣ ਪ੍ਰਚਾਰ 'ਚ ਹੋਇਆ ਕਰਦੀ ਸੀ? ਕਿਉਂਕਿ ਸਾਹਿਬ ਕਾਂਸ਼ੀ ਰਾਮ ਨੇ ਇਸ ਦੇਸ਼ ਦੇ ਅੰਦਰ ਸਾਈਕਲ 'ਤੇ ਮੂਵਮੈਂਟ ਸ਼ੁਰੂ ਕੀਤੀ। ਉਹਨਾਂ ਨੇ ਘਰ ਘਰ ਜਾ ਕੇ, ਗਲੀ ਗਲੀ ਮੁਹੱਲੇ ਜਾ ਕੇ ਆਪਣਾ ਜੋ ਅੰਦੋਲਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਅੰਦੋਲਨ ਸੀਗਾ, ਜਿਹੜਾ ਉਹ ਸਾਡੇ ਲਈ ਜਿਨ੍ਹਾਂ ਨੇ ਲੜਾਈ ਲੜੀ, ਜਿਨ੍ਹਾਂ ਨੇ ਸਾਨੂੰ ਅੱਜ ਜੋ ਅਸੀਂ ਮਨੁੱਖੀ ਜੀਵਨ ਦੇ ਅੰਦਰ ਹੱਕ ਹਕੂਕ ਮਾਣ ਰਹੇ ਹਾਂ, ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਹੈ। ਜੇ ਬਾਬਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਨਾ ਹੁੰਦੇ ਤਾਂ ਹੋ ਸਕਦਾ ਲੋਕ ਬਾਬਾ ਸਾਹਿਬ ਨੂੰ ਭੁੱਲ ਜਾਂਦੇ। ਬਾਬਾ ਸਾਹਿਬ ਨੂੰ ਦੁਬਾਰਾ ਜਿੰਦਾ ਕੀਤਾ ਸਾਹਿਬ ਕਾਂਸ਼ੀ ਰਾਮ ਨੇ, ਔਰ ਕਾਂਸ਼ੀ ਰਾਮ ਦੀ ਮੂਵਮੈਂਟ ਸਾਈਕਲ 'ਤੇ ਸ਼ੁਰੂ ਹੋਈ। ਅੱਜ ਅਸੀਂ ਉਹ ਲੋਕ ਹਾਂ ਜਿਹੜੇ ਲੋਕ ਰਜਵਾੜੇ ਆ, ਜਿਹੜੇ ਲੈਂਡਲੌਰਡ ਆ, ਜਿਹੜੇ ਵੱਡੇ ਜਿਹੜੇ ਬਿਜ਼ਨਸਮੈਨ ਆ, ਉਹਨਾਂ ਨੂੰ ਜਾਣ ਦੀ ਤਾਂ ਪ੍ਰੋਬਲਮ ਹੋ ਸਕਦੀ ਹੈ, ਪਰ ਅਸੀਂ ਤਾਂ ਹਮੇਸ਼ਾ ਸਾਈਕਲ 'ਤੇ ਰਹੇ, ਹਮੇਸ਼ਾ ਪੈਦਲ ਰਹੇ। ਅੱਜ ਵੀ ਸਾਨੂੰ ਤਾਂ ਇਹਦਾ ਬੜਾ ਫਾਇਦਾ ਹੋ ਰਿਹਾ ਕਿਉਂਕਿ ਅਸੀਂ ਲੋਕਾਂ ਨਾਲ ਪਹਿਲਾਂ ਤੋਂ ਵੀ ਵਿਚਰਦੇ ਹਾਂ ਪਰਿਵਾਰਕ ਤੌਰ 'ਤੇ। ਹੁਣ ਅਸੀਂ ਸਗੋਂ ਲੋਕਾਂ ਦਾ ਜ਼ਿਆਦਾ ਪਿਆਰ ਮਿਲ ਰਿਹਾ। ਅਸੀਂ ਰੋਜ਼ ਟੀਮਾਂ ਬਣਾ ਕੇ ਹਰੇਕ ਹਲਕੇ ਦੇ ਅੰਦਰ, ਹਰੇਕ ਪਿੰਡ ਦੇ ਵਿੱਚ ਜਾ ਕੇ ਡੋਰ ਟੂ ਡੋਰ ਆਪਣਾ ਪ੍ਰਚਾਰ ਕਰ ਰਹੇ ਹਾਂ। ਜੋ 18 ਨਿਕਾਤੀ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਬਸਪਾ ਨੇ ਬੈਠ ਕੇ ਡਿਸਾਈਡ ਕੀਤਾ, ਉਹਨੂੰ ਲੋਕਾਂ 'ਚ ਪ੍ਰਚਾਰ ਰਹੇ ਹਾਂ। ਲੋਕਾਂ 'ਚ ਬੜਾ ਉਤਸ਼ਾਹ ਹੈ ਜੀ। ਡਾਕਟਰ ਸਾਹਿਬ ਇਹ ਵੀ ਦੇਖਿਆ ਜਾਵੇ ਤਾਂ ਕਿਸਾਨ ਜਦੋਂ ਦਿੱਲੀ ਮੋਰਚੇ 'ਚ ਸੀ ਤਾਂ ਉੱਥੇ ਕਿਸੇ ਵੀ ਸਿਆਸੀ ਪਾਰਟੀ ਨੂੰ ਨਹੀਂ ਜਾਣ ਦਿੱਤਾ ਗਿਆ ਅਤੇ ਇਹ ਕਹਿ ਕੇ ਮੋੜ ਦਿੱਤਾ ਤੁਸੀਂ ਸਿਆਸੀ ਪਾਰਟੀ ਨਾਲ ਸੰਬੰਧ ਰੱਖਦੇ ਆ। ਪਰ ਅੱਜ ਕਿਸਾਨਾਂ ਵੱਲੋਂ ਆਪਣੀ ਜਿਹੜੀ ਉਹ ਪਾਰਟੀ ਬਣਾ ਲਈ ਗਈ ਔਰ ਆਪ ਜਿਹੜੇ ਚੋਣ ਮੈਦਾਨ ਦੇ ਵਿੱਚ ਜਿਹੜੇ ਉਮੀਦਵਾਰ ਉਤਰਿਆ ਗਿਆ ਅਤੇ ਫਰਕ ਹੀ ਰਹਿ ਗਿਆ। ਕਿਉਂਕਿ ਜਿਹੜਾ ਕਿਸਾਨ ਅੰਦੋਲਨ ਸੀਗਾ ਉਹ ਪੂਰੇ ਦੇਸ਼ ਦੇ ਕਿਸਾਨਾਂ ਲਈ, ਮਜ਼ਦੂਰਾਂ ਦੇ ਹੱਕਾਂ 'ਤੇ ਜੋ ਡਾਕਾ ਮਾਰਿਆ ਮੋਦੀ ਸਰਕਾਰ ਨੇ, ਉਹਦੇ ਖਿਲਾਫ ਸੀਗਾ। ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਨਵਾਂ ਸਾਲ ਕਿਸਾਨਾਂ ਦੇ ਨਾਲ ਅਸੀਂ ਹਜ਼ਾਰਾਂ ਵਹੀਕਲਾਂ ਦੇ ਨਾਲ ਉਸ ਅੰਦੋਲਨ 'ਚ ਸ਼ਾਮਲ ਹੋਏ। ਆਪਣੇ ਝੰਡੇ ਲੈ ਕੇ, ਨੀਲੇ ਝੰਡੇ ਲੈ ਕੇ ਗੁਰੂ ਸਾਹਿਬ ਦੇ। ਔਰ ਉਸ ਵੇਲੇ ਚਾਹੇ ਕੋਈ ਵਪਾਰੀ ਸੀ, ਚਾਹੇ ਮਜ਼ਦੂਰ ਸੀ, ਚਾਹੇ ਕਿਸਾਨ ਸੀਗਾ, ਹਰ ਇੱਕ ਨੇ ਇਸ ਅੰਦੋਲਨ ਦੇ ਵਿੱਚ ਯੋਗਦਾਨ ਪਾਇਆ। ਪਰ ਹੋਇਆ ਕਿਆ, ਕਿਉਂਕਿ ਜਿਹੜਾ ਇਹ ਅੰਦੋਲਨ ਸੀ ਇਹ ਲੋਕਾਂ ਦਾ ਅੰਦੋਲਨ ਸੀਗਾ। ਕੁਝ ਲੋਕਾਂ ਨੇ ਇਹਨਾਂ ਨੂੰ ਹਾਈਜੈਕ ਕਰ ਲਿਆ ਔਰ ਅੱਜ ਲੋਕਾਂ ਨੇ ਉਹ ਸੰਯੁਕਤ ਕਿਸਾਨ ਜਿਹੜਾ ਮੋਰਚਾ ਬਣਿਆ, ਉਹ ਜਿਹੜਾ ਉਸ ਵੇਲੇ ਦਾ ਹੀ ਉਹਨਾਂ ਕਿਸਾਨਾਂ ਨੇ ਵੀ ਕਿਹਾ ਵੀ ਜਿਹੜੇ ਲੋਕ ਲੜਾਈ ਲੜਨਗੇ ਅਸੀਂ ਉਹਨਾਂ ਦੇ ਨਾਲ ਨਹੀਂ ਜਾਵਾਂਗੇ, ਜਿਹੜੇ
ਪੋਲੀਟੀਕਲੀ ਲੜਾਈ ਲੜਨਗੇ, ਅਸੀਂ ਉਹਨਾਂ ਦੇ ਨਾਲ ਨਹੀਂ। ਅੱਜ ਲੋਕ ਉਹਨਾਂ ਤੋਂ ਵੀ ਕੰਨੀ ਕੱਟ ਰਹੇ ਆ। ਇਸ ਕਰਕੇ ਪੰਜਾਬ ਦੇ ਅੰਦਰ ਬਹੁਤ ਵਧੀਆ ਮਾਹੌਲ ਆ। ਤੁਸੀਂ ਘਰ ਘਰ ਜਾਓਗੇ ਤਾਂ ਪਤਾ ਲੱਗੂਗਾ। ਪੰਜਾਬ ਦੇ ਲੋਕ ਇਹ ਸੁਣ ਰਹੇ ਆ ਕਿ ਆਪਾਂ ਜਲਦੀ ਤੋਂ ਜਲਦੀ ਪੰਜਾਬ ਦੀ ਸੱਤਾ 'ਤੇ ਕਾਬੂ ਕਰੀਏ। ਡਾਕਟਰ ਸਾਹਿਬ, ਨਵਾਂ ਸ਼ਹਿਰ ਦੇ ਲੋਕਾਂ ਨਾਲ ਧੋਖਾ ਹੋਇਆ। ਨਵਾਂ ਸ਼ਹਿਰ ਦੇ ਲੋਕਾਂ ਦਾ ਇਹ ਕਹਿਣਾ ਸੀ ਕਿ ਉੱਥੇ ਹਾਊਸ ਟੈਕਸ ਲਈ ਜਿਹੜਾ ਨਕਸ਼ਿਆਂ ਲਈ ਜਿਹੜੀ ਚਿੱਠੀ ਆਈ ਉਹ ਅਚਾਨਕ ਗੁਆਚ ਜਾਂਦੀ ਹੈ। ਜਿਹੜੇ ਲੋਕਾਂ ਨੂੰ ਜਿਹੜਾ ਉਹ ਦੁੱਗਣੇ ਤੋਂ ਤਿੱਗਣਾ ਚੌਗਣਾ ਪੈਸਾ ਦਿੱਤਾ ਗਿਆ, ਦੇਣਾ ਪਿਆ ਟੈਕਸ ਦਾ, ਪਰ ਅਚਾਨਕ ਜਿਹੜੀ ਉਹ ਚਿੱਠੀ ਆ ਉਹ ਨਵਾਂ ਸ਼ਹਿਰ ਦੇ ਵਿੱਚ ਉਹ ਮਿਲ ਜਾਂਦੀ, ਲੱਭ ਜਾਂਦੀ ਹੈ। ਅਤੇ ਤੁਸੀਂ ਵੀ ਇਹ ਮੁੱਦੇ ਉਠਾਏ, ਤੁਹਾਡੀ ਪਾਰਟੀ ਨੇ ਵੀ ਇਸ ਚੀਜ਼ ਨੂੰ ਅੱਗੇ ਲੈ ਕੇ ਆਂਦਾ, ਔਰ ਇਹ ਲੱਗਦੇ ਆ ਕਿ ਕੀ ਲੱਗਦਾ ਕਿ ਕੋਈ ਮਿਲੀ ਭੁਗਤ ਨਾਲ ਇੱਦਾਂ ਹੋਇਆ ਜਾਂ ਫਿਰ ਇਹ ਜਾਣਬੁੱਝ ਕੇ ਇੱਦਾਂ ਹੋਇਆ? ਕਿਉਂਕਿ ਪਿਛਲੇ ਦਿਨੀ ਜਦੋਂ ਅਸੀਂ ਨਵਾਂ ਸ਼ਹਿਰ ਦੇ ਅੰਦਰ ਡੋਰ ਟੂ ਡੋਰ ਕਰ ਰਹੇ ਸੀ ਤਾਂ ਲੋਕਾਂ ਨੇ ਬੜੀਆਂ ਸਮੱਸਿਆਵਾਂ ਦੱਸੀਆਂ। ਕਿਤੇ ਸੀਵਰੇਜ ਦੀ ਸਮੱਸਿਆ, ਕਿਤੇ ਪਾਣੀ ਦੀ ਸਮੱਸਿਆ, ਕਿਤੇ ਸਫਾਈ ਦੀ ਸਮੱਸਿਆ, ਕਿਤੇ ਡੰਪ। ਇੱਕ ਨਵੀਂ ਆਬਾਦੀ ਇਬਰਾਹੀਮ ਬਸਤੀ, ਕਿਲ੍ਹਾ ਮੁਹੱਲਾ, ਅੱਧਾ ਸ਼ਹਿਰ ਉਹਦੇ ਉੱਤੇ ਕੂੜੇ ਦਾ ਡੰਪ ਬਣਾਇਆ ਗਿਆ, ਉਹਦੀ ਕੋਈ ਦੇਖ ਰੇਖ ਨਹੀਂ। ਹਜ਼ਾਰਾਂ ਲੋਕ ਹਮੇਸ਼ਾ ਬਿਮਾਰ ਹੋ ਰਹੇ ਆ। ਇਸ ਕਰਕੇ ਉਦੋਂ ਇਹ ਨਹੀਂ ਵਾਅਦਾ ਕੀਤਾ ਸੀ ਵੀ ਅਸੀਂ ਡੰਪ ਚੁਕਾਵਾਂਗੇ। 5 ਸਾਲ ਲੰਘ ਗਏ, ਕਿਸੇ ਨੇ ਨਹੀਂ ਪੁੱਛਿਆ। ਇਸ ਕਰਕੇ ਜਿਹੜੀ ਹਾਊਸ ਟੈਕਸ ਦੀ ਚਿੱਠੀ ਦੀ ਗੱਲ ਕਰਦੇ ਆ, ਉਹ ਨਵਾਂ ਸ਼ਹਿਰ ਦੇ ਲੋਕਾਂ ਨਾਲ ਬੜਾ ਧੋਖਾ ਹੋਇਆ। ਨਵਾਂ ਸ਼ਹਿਰ ਦੇ ਲੋਕਾਂ ਤੋਂ ਜ਼ਿਆਦਾ ਪੈਸੇ ਵਰਾਹੇ ਗਏ, ਔਰ ਬਾਕੀ ਕਮੇਟੀਆਂ ਜੋ ਚਿੱਠੀ ਆਈ ਲੋਕਾਂ ਨੇ ਉਹਦੇ ਹਿਸਾਬ ਨਾਲ ਉਹਨਾਂ ਤੋਂ ਪੈਸੇ ਵਸੂਲੇ, ਔਰ ਨਵਾਂ ਸ਼ਹਿਰ ਦੇ ਬੰਦਰ ਜਿਹੜੀ ਆ ਰਲ ਮਿਲ ਕੇ ਲੁੱਟ ਖਸੁੱਟ ਹੋਈ ਆ। ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ ਉਹਦੀ ਜਾਂਚ ਵੀ ਕਰਾਏਗਾ, ਔਰ ਜਿਨ੍ਹਾਂ ਲੋਕਾਂ ਤੋਂ ਜ਼ਿਆਦਾ ਪੈਸਾ ਲਿਆ ਉਹਨਾਂ ਨੂੰ ਅਸੀਂ ਵਾਪਸ ਵੀ ਕਰਾਂਗੇ। ਡਾਕਟਰ ਸਾਹਿਬ, ਹੁਣ ਸਰਵੇ ਹੋਇਆ, ਆਮ ਆਦਮੀ ਪਾਰਟੀ ਨੇ ਸਰਵੇ ਕਰਾਇਆ, ਔਰ ਇੱਕ ਨਵਾਂ CM ਦਾ ਚਿਹਰਾ ਜਿਹੜਾ ਸਾਹਮਣੇ ਆ, ਭਗਵੰਤ ਮਾਨ ਜੀ, ਇਹ ਕੀ ਕਹੋਗੇ? ਕਿਉਂਕਿ ਇਸ ਬਾਰੇ ਤਾਂ ਅਸੀਂ ਇਹੀ ਕਹਾਂਗੇ ਕਿ ਭਗਵੰਤ ਮਾਨ ਪੰਜਾਬ ਦੇ ਅੰਦਰ ਪੈਗਮੰਤ ਮਾਨ ਬਣ ਕੇ ਰਹਿ ਗਿਆ। ਕਿਉਂਕਿ ਜਦੋਂ ਵੀ ਅਸੀਂ ਉਹਨਾਂ ਦੀਆਂ ਵੀਡੀਓ ਦੇਖਦੇ ਹਾਂ, ਕਿਤੇ ਉਹ ਲੜਖੜਾ ਰਹੇ ਹੁੰਦੇ ਆ, ਆਪਣੀ ਮਾਤਾ ਦੀ ਝੂਠੀ ਸਹੁੰ ਖਾਣੀ ਬਣਦੀ, ਉਹੀ ਸਹੁੰ ਵਾਲਾ ਰਿਵਾਜ ਆ ਗਿਆ। ਜਿਹੜੀ ਸਹੁੰ ਕੈਪਟਨ ਅਮਰਿੰਦਰ ਨੇ ਝੂਠੀ ਖਾਧੀ, ਉਹੀ ਭਗਵੰਤ ਮਾਨ ਨੇ ਖਾਧੀ। ਇਸ ਕਰਕੇ ਕਿਆ ਇਹ ਬੇਅਦਬੀ ਨਹੀਂ? ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਉਹ ਪੂਰੀਆਂ ਨਹੀਂ ਕੀਤੀਆਂ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਗੁਟਕਾ ਸਾਹਿਬ ਦੀ ਵੱਡੀ ਬੇਅਦਬੀ ਕੀਤੀ ਹੈ ਸਹੁੰ ਖਾ ਕੇ। ਇਸ ਕਰਕੇ ਕੁਦਰਤ ਇਹਨਾਂ ਨੂੰ ਸਜ਼ਾ ਪਈ ਦਊਗੀ। ਇਹ ਕੋਈ ਆਮ ਲੋਕਾਂ ਦਾ ਨਹੀਂ, ਇਹ ਤਾਂ ਬਣਿਆ ਬਣਾਇਆ ਉਹਨਾਂ ਨੇ ਉਮੀਦਵਾਰ ਐਲਾਨ। ਇਹ ਕੀ ਲੱਗਦਾ ਕਿ ਲੋਕ ਜਿਹੜੇ ਆ ਉਹ ਸਵੀਕਾਰ ਕਰਨਗੇ ਭਗਵੰਤ ਮਾਨ ਨੂੰ ਜਾਂ ਨਹੀਂ? ਕਿਉਂਕਿ ਪੰਜਾਬ ਦੇ ਲੋਕਾਂ ਨੇ ਮੰਨੇ ਹੀ ਬਣਾ ਲਿਆ ਜੀ ਕਿ ਆਪਾਂ 10 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਦੇਖਿਆ। ਹੁਣ ਉਹ ਸੋਚਦੇ ਆ ਵੀ ਵੋਟ ਦੀ ਡਿਵੀਜ਼ਨ ਨਾ ਹੋਵੇ। ਫੁੱਲ ਮੈਜੋਰਟੀ ਵਾਲੀ ਸਰਕਾਰ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਦੀ ਆ ਰਹੀ ਹੈ। ਲੋਕ ਇਸ ਲਈ ਪੱਬਾਂ ਭਾਰ ਹੋਏ ਪਏ। ਡਾਕਟਰ ਸਾਹਿਬ, ਜਾਂਦੇ ਜਾਂਦੇ, ਕਿਉਂਕਿ ਤੁਹਾਡੇ ਕੋਲ ਵੀ ਟਾਈਮ ਦੀ ਬੜੀ ਸ਼ਾਰਟਸ ਹੈਗੀ ਆ, ਔਰ ਤੁਹਾਡੇ ਕੋਲੋਂ ਮੰਗ ਕੇ ਸਮਾਂ ਲਿਆ, ਅਤੇ ਨਵਾਂ ਸ਼ਹਿਰ ਦੇ ਵਿੱਚ ਲੋਕ ਤੁਹਾਨੂੰ ਫਤਵਾ ਦੇ ਦਿੰਦੇ ਆ, ਲੋਕ ਤੁਹਾਨੂੰ ਜਿਤਾਉਂਦੇ ਆ, ਤਾਂ ਕਿਹੜੇ ਮੁੱਦੇ ਰਹਿਣਗੇ ਜਿਹੜੇ ਪਹਿਲ ਦੇ ਆਧਾਰ 'ਤੇ ਤੁਸੀਂ ਹੱਲ ਕਰੋਗੇ? ਕਿਉਂਕਿ ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਦਾ ਏਜੰਡਾ ਕਿ ਸਿਹਤ, ਸਿੱਖਿਆ, ਰੁਜ਼ਗਾਰ, ਵੀ ਤਿੰਨੇ ਚੀਜ਼ਾਂ ਜਦੋਂ ਅਸੀਂ ਪ੍ਰੋਵਾਈਡ ਕਰਾਵਾਂਗੇ ਤਾਂ ਸਾਨੂੰ ਸਿਹਤ, ਅੱਜ ਹਾਲਾਤ ਦੇਖੋ, ਕਿਉਂਕਿ ਸਾਡਾ ਚੋਣ ਮੈਨੀਫੈਸਟੋ ਉਹਦੇ ਵਿੱਚ ਕਿਹਾ ਕਿ ਹਰੇਕ ਜ਼ਿਲ੍ਹੇ ਦੇ ਅੰਦਰ ਅਸੀਂ ਮੈਡੀਕਲ ਕਾਲਜ ਬਣਾਵਾਂਗੇ। 500 ਬੈੱਡ ਦਾ ਹਸਪਤਾਲ ਹੋਏਗਾ ਜਿੱਥੇ ਲੋਕਾਂ ਨੂੰ ਦੂਰ ਦਰਾਡੇ ਇਲਾਜ ਕਰਾਉਣ ਲਈ ਨਹੀਂ ਜਾਣਾ ਪਊਗਾ, ਸਸਤਾ ਔਰ ਵਧੀਆ। ਔਰ 10 ਲੱਖ ਦੀ ਇੰਸ਼ੋਰੈਂਸ ਦਾ ਜਿਹੜਾ ਅਸੀਂ ਕਿਹਾ ਕਿ 10 ਲੱਖ ਹਰੇਕ ਆਦਮੀ ਦੀ ਇੰਸ਼ੋਰੈਂਸ ਕਰਾਂਗੇ, ਚਾਹੇ ਉਹ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਾਵੇ, ਚਾਹੇ ਸਰਕਾਰੀ 'ਚ ਕਰਾਵੇ, ਕਿਉਂਕਿ ਹਰੇਕ ਆਦਮੀ ਦੀ ਪਹੁੰਚ 'ਚ ਹੋਵੇ ਇਲਾਜ ਕਰਾਉਣਾ। ਔਰ ਐਜੂਕੇਸ਼ਨ ਇੰਨੀ ਮਹਿੰਗੀ ਹੋ ਗਈ, ਆਪਾਂ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ। ਔਰ ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਗਠਬੰਧਨ ਨੇ ਇਹ ਫੈਸਲਾ ਕੀਤਾ ਕਿ ਕਿਸੇ ਵੀ ਵਰਗ, ਧਰਮ, ਜਾਤ ਦਾ ਕੋਈ ਵੀ ਵਿਦਿਆਰਥੀ ਜਿਹੜਾ ਪੜ੍ਹਨਾ ਚਾਹੁੰਦਾ ਉਹਨੂੰ ਆਪਾਂ ਫ੍ਰੀ ਐਜੂਕੇਸ਼ਨ ਦੇਵਾਂਗੇ। ਔਰ ਨਵਾਂ ਸ਼ਹਿਰ ਦੇ ਅੰਦਰ ਖਾਸ ਕਰਕੇ, ਕਿਉਂਕਿ ਇਹ ਬਹੁਤ ਫਰਟਾਈਲ ਬੈਲਟ ਆ, ਇਹਦੇ ਹਰ ਤਰ੍ਹਾਂ ਦੀ ਚੀਜ਼ ਹੁੰਦੀ ਆ। ਇੱਥੇ ਅਸੀਂ ਕੋਸ਼ਿਸ਼ ਕਰਾਂਗੇ ਫੂਡ ਪ੍ਰੋਸੈਸਿੰਗ ਦੀ ਇੰਡਸਟਰੀ ਲਿਆ ਕੇ, ਔਰ ਜਿਹੜੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ ਤਾਂ ਜੋ ਲੋਕ ਇੰਡੀਪੈਂਡੈਂਟ ਹੋ ਕੇ ਆਪਣਾ ਘਰ-ਬਾਰ ਚਲਾ ਸਕਣ ਔਰ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਜਿਹੜੀ ਦੇ ਸਕਣ। ਡਾਕਟਰ ਸਾਹਿਬ, ਇੱਕ ਕੁਐਸਚਨ ਜਿਹੜਾ ਮੇਰਾ ਰਹਿ ਗਿਆ, ਉਹ ਜਾਂਦੇ ਇਹ ਗੱਲ ਦੇਖਣ ਨੂੰ ਹੋਈ ਕਿ ਈਡੀ ਦੀ ਜਿਹੜੀ ਛਾਪੇਮਾਰੀ ਜਿਹੜੀ ਹੋ ਰਹੀ ਹੈ, ਔਰ ਨਜਾਇਜ਼ ਮਾਈਨਿੰਗ ਅਤੇ ਨਸ਼ਾ ਜਿਹੜਾ ਹੈ ਉਹ 5 ਸਾਲ ਜਿਹੜਾ ਭਾਰੂ ਰਿਹਾ, ਅਤੇ ਕੀ ਲੱਗਦਾ ਹੈ ਕਿ ਕਿੰਨਾ ਕੁ ਇਹਦੇ ਨਾਲ ਆਪਣੇ ਜਿਹੜੇ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ? ਕਿਉਂਕਿ ਨਵਾਂ ਸ਼ਹਿਰ ਦੇ ਅੰਦਰ ਮਾਈਨਿੰਗ ਇੱਕ ਬਹੁਤ ਵੱਡਾ ਮਾਮਲਾ ਹੈ। ਨਵਾਂ ਸ਼ਹਿਰ ਦੇ ਅੰਦਰ ਅੱਜ ਜੋ ਕੱਲ੍ਹ ਰੇਡ ਹੋਈਆਂ, ਇਹ ਸਾਰੀਆਂ 5 ਦੀਆਂ 5 ਖੱਡਾਂ ਨਵਾਂ ਸ਼ਹਿਰ ਜ਼ਿਲ੍ਹੇ ਦੀਆਂ ਸੀ। ਉਹ ਕਿਤੇ ਇਲੀਗਲ ਮਾਈਨਿੰਗ ਹੁੰਦੀ ਆ, ਕਿਤੇ ਲੀਗਲ ਮਾਈਨਿੰਗ ਹੁੰਦੀ ਆ। ਨਵਾਂ ਸ਼ਹਿਰ ਦਾ ਵਿਧਾਇਕ ਜਿਹੜਾ ਇਸ ਮਾਫੀਆ, ਇਸ ਰੇਤ ਦਾ ਬਹੁਤ ਵੱਡਾ ਮਾਫੀਆ ਪੂਰੇ ਪੰਜਾਬ 'ਚ, ਜੇ ਤੁਸੀਂ ਕੋਈ ਪੁੱਛੋ ਤਾਂ ਪਹਿਲੇ ਨੰਬਰ 'ਤੇ ਲੋਕ ਇਹਦਾ ਨਾਂ ਲੈਂਦੇ ਆ। ਇਸ ਕਰਕੇ ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਜਿਹੜਾ ਆਮ ਲੋਕਾਂ ਨੂੰ ਜਿਹੜਾ ਰੇਤ ਹੈ, ਜਿੱਦਾਂ ਪਹਿਲਾਂ ਮਿਲਦਾ ਹੁੰਦਾ ਸੀ, ਉਹ ਫ੍ਰੀ ਮਿਲਣਾ ਚਾਹੀਦਾ। ਆਪਣੇ ਖੇਤਾਂ ਤੋਂ ਚੱਕ ਕੇ ਲਿਆਉਣ, ਥੋੜ੍ਹੀ ਬਹੁਤੀ ਕਾਸਟ ਹੋ ਸਕਦੀ ਆ, ਇਹ ਨਾ ਹੋਵੇ ਵੀ ਰੇਤਾ ਸੋਨੇ ਨਾਲੋਂ ਮਹਿੰਗਾ ਹੋ ਗਿਆ।
ਇਸ ਕਰਕੇ ਜਿਹੜੀਆਂ ਈਡੀ ਦੀਆਂ ਹੋ ਸਕਦਾ ਬਦਲਾਖੋਰੀ ਦੀ ਭਾਵਨਾ ਵੀ ਹੋਵੇ, ਪਰ ਕਾਫੀ ਹੱਦ ਤੱਕ ਜਿਹੜੀ ਇਹ ਜਿਹੜੀਆਂ ਰੇਡ ਹੋਈਆਂ, ਹੋਰ ਵੀ ਲੋਕ ਇਹਦੇ ਵਿੱਚ ਲਪੇਟੇ ਜਾਣਗੇ, ਜਿਹੜੇ ਲੋਕ ਰੇਤ ਦਾ ਕੰਮ ਵੇਚਣ ਦਾ ਕੰਮ ਕਰਦੇ ਆ। ਔਰ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਰੇਤ ਮਾਫੀਆ ਨੂੰ ਨੱਥ ਜ਼ਰੂਰ ਪਾਓ। ਡਾਕਟਰ ਸਾਹਿਬ, ਫਾਸਟਵੇ ਨਿਊਜ਼ ਨੂੰ ਸਮਾਂ ਦੇਣ ਲਈ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਆਏ। ਔਰ ਮੈਂ ਫਾਸਟਵੇ ਦਾ ਔਰ ਲਾਲ ਕਮਲ ਜੀ ਦਾ ਔਰ ਤੁਹਾਡੇ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਗਦਾ ਕਿ ਜਿਹੜੇ ਹਰ ਸਵਾਲ, ਜਿਹੜੇ ਹਰ ਵੋਟਰ ਦੇ ਮਨਾਂ ਦੇ ਵਿੱਚ ਜਿਹੜੇ ਹਰ ਸਵਾਲ ਸੀ, ਜਿਹੜੇ ਉਹਨਾਂ ਦਾ ਜਵਾਬ ਜਿਹੜਾ ਤੁਹਾਨੂੰ ਇਸ ਕੈਂਡੀਡੇਟ ਤੋਂ ਮਿਲ ਗਿਆ ਹੋਣਾ। ਬਾਕੀ ਲੋਕ ਜਿਹੜਾ ਹੈ ਉਹ 20 ਤਰੀਕ ਨੂੰ ਤੈਅ ਕਰਨਗੇ ਕਿ ਇਸ ਹਲਕੇ ਦੀ ਜਿਹੜੀ ਨੁਮਾਇੰਦਗੀ ਆ ਉਹ ਕਿਸ ਤਰ੍ਹਾਂ ਦੇ ਜਿਹੜੇ ਉਮੀਦਵਾਰ ਨੂੰ ਅਸੀਂ ਦੇਣੀ ਆ। ਉਹਨਾਂ ਉਸ ਪਰਖ 'ਤੇ ਡਾਕਟਰ ਨਛੱਤਰਪਾਲ ਜੀ ਕਿੰਨੇ ਕੁ ਜਿਹੜੇ ਆ ਉਹ ਖਰੇ ਉਤਰਦੇ ਆ, ਤਾਂ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਅਸੀਂ ਕੋਸ਼ਿਸ਼ ਕੀਤੀ ਕਿ ਉਹਨਾਂ ਕੋਲ ਹਰ ਮੁੱਦਿਆਂ 'ਤੇ ਜਿਹੜੀ ਗੱਲਬਾਤ ਕੀਤੀ ਜਾਵੇ ਔਰ ਹਰ ਮੁੱਦਾ ਜਿਹੜਾ ਉਹ ਬਰੀਕੀ ਦੇ ਨਾਲ ਜਿਹੜਾ ਉਹ ਚੱਕ ਕੇ ਜਿਹੜਾ ਉਹ ਤੁਹਾਡੇ ਤੱਕ ਪਹੁੰਚਾਇਆ ਜਾਵੇ। ਫਾਸਟਵੇ ਨਿਊਜ਼ ਦੇਖ ਰਹੇ ਹੋ ਤੁਸੀਂ, ਕੈਮਰਾਮੈਨ ਧੀਰਜ ਮੈਗੜਾ ਦੇ ਨਾਲ, ਨਵਾਂ ਸ਼ਹਿਰ ਤੋਂ ਲਾਲ ਕਮਲ, ਫਾਸਟਵੇ ਨਿਊਜ਼ ਲਈ।